किश्त 31ਵੀਂ। ਡੀਐਸਪੀ ਦੇ ਦਫ਼ਤਰ ਤੋਂ ਬਾਹਰ ਆ ਕੇ ਸਭ ਦੀ ਸਲਾਹ ਬਣੀ ਕਿ ਇਸ ਨੇ ਕੁਝ ਨਹੀਂ ਕਰਨਾ ਹੈ, ਆਪਾਂ ਨੂੰ ਫਿਰ ਤੋਂ ਐਸਐਸਪੀ ਨੂੰ ਮਿਲਣਾ ਚਾਹੀਦਾ ਹੈ। ਸਾਡੇ ਇੱਕ ਸਾਥੀ ਨੇ ਐਸਐਸਪੀ ਦਫ਼ਤਰ ਵਿਖੇ ਤਾਇਨਾਤ ਆਪਣੇ ਇੱਕ ਜਾਣੂ ਨੂੰ ਫੋਨ ਕਰਕੇ ਪਤਾ ਕੀਤਾ ਕਿ ਵੱਡਾ ਸਾਹਿਬ ਦਫ਼ਤਰ ਵਿੱਚ ਹੀ ਹੈ। ਤਾਂ ਅਸੀਂ ਉਸ ਦੇ ਦਫ਼ਤਰ ਵੱਲ ਨੂੰ ਹੋ ਤੁਰੇ। ਉੱਥੇ ਸਾਡੀ ਵਾਰੀ ਛੇਤੀ ਹੀ ਆ ਗਈ। ਅਸੀਂ ਸਾਰੀ ਗੱਲ ਐਸਐਸਪੀ ਨੂੰ ਫਿਰ ਸਮਝਾਈ। ਉਹ ਬੜਾ ਹੀ ਔਖਾ ਭਾਰਾ ਹੋਇਆ। ਇੱਕ ਹੌਲਦਾਰ ਹੀ ਸਾਰੇ ਮਹਿਕਮੇ ਨੂੰ ਵਾਹਣੀ ਪਾਈ ਫਿਰਦਾ, ਉਹਦੀ ਕੀ ਔਕਾਤ ਹੈ ਕਿ ਉਹ ਇੰਜ ਲੋਕਾਂ ਨੂੰ ਖਰਾਬ ਕਰੇ। ਨਾਲੇ ਡੀਐਸਪੀ ਦੀ ਕੀ ਮਜਾਲ ਹੈ ਕਿ ਉਹ ਮੇਰੀ ਮਾਰਕ ਕੀਤੀ ਹੋਈ ਅਰਜ਼ੀ ਉੱਤੇ ਕਾਰਵਾਈ ਨਾ ਕਰੇ। ਅਸੀਂ ਸ਼ਾਂਤ ਸਾਂ ਕਿ ਚਲੋ ਘੱਟੋ ਘੱਟ ਕੋਈ ਤਾਂ ਹੈ ਜਿਸ ਨੇ ਸਾਡੀ ਗੱਲ ਧਿਆਨ ਨਾਲ ਸੁਣੀ। ਐਸਐਸਪੀ ਨੇ ਆਪਣੇ ਕੋਲ ਬੈਠੇ ਇੱਕ ਕਰਮਚਾਰੀ ਨੂੰ ਹੁਕਮ ਦਿੱਤਾ, ਮਿਲਾਓ ਫੋਨ ਡੀਐਸਪੀ ਨੂੰ, ਮੈਂ ਹੁਣੇ ਗੱਲ ਕਰਦਾ। ਉਹ ਫੋਨ ਮਿਲਾਉਂਦਾ ਰਿਹਾ ਤੇ ਕੱਟਦਾ ਰਿਹਾ, ਵਿੱਚ ਦੀ ਆਖ ਦਿੰਦਾ, ਸਰ ਨੰਬਰ ਬਿਜੀ ਆ ਰਿਹਾ ਜੀ। ਇਸੇ ਦੌਰਾਨ ਇੱਕ ਐਸਪੀ ਰੈਂਕ ਦਾ ਅਧਿਕਾਰੀ ਪੁੱਛ ਕੇ ਅੰਦਰ ਆ ਗਿਆ। ਉਸ ਨੇ ਸਾਹਿਬ ਨੂੰ ਸਲੂਟ ਮਾਰਿਆ ਤੇ ਬੈਠ ਗਿਆ। ਸਾਹਿਬ ਆਪ ਹੀ ਸਾਰੀ ਗੱਲ ਉਸ ਨੂੰ ਦੱਸਣ ਲੱਗ ਪਿਆ। ਸਰ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਇਹ ਮਸਲਾ ਹੱਲ ਕਰ ਦਿੰਦਾ ਜੀ। ਐਸਪੀ ਨੇ ਵੱਡੇ ਸਾਹਿਬ ਤੋਂ ਆਗਿਆ ਮੰਗੀ। ਐਸਐਸਪੀ ਨੇ ਉਸ ਨੂੰ ਆਖਿਆ, ਚਲੋ ਠੀਕ ਹੈ, ਤੁਸੀਂ ਸੰਭਾਲੋ ਇਸ ਕੇਸ ਨੂੰ। ਐਸਪੀ ਸਾਨੂੰ ਸੰਬੋਧਿਤ ਹੁੰਦੇ ਹੋਏ ਬੋਲਿਆ, ਤੁਹਾਡੀ ਕੰਧ ਹੋ ਜਾਵੇਗੀ, ਬਸ ਮੇਰੀ ਇੱਕ ਸ਼ਰਤ ਪੂਰੀ ਕਰ ਦਿਓ। ਕਿਹੜੀ? ਸਭ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ, ਮੈਨੂੰ ਨਗਰ ਨਿਗਮ ਤੋਂ ਲਿਖਵਾ ਕੇ ਲਿਆ ਦਿਓ ਕਿ ਨਿਗਮ ਨੂੰ ਕੰਧ ਕੱਢਣ ਤੇ ਕੋਈ ਇਤਰਾਜ਼ ਨਹੀਂ ਤੇ ਤੁਹਾਡੀ ਜਗ੍ਹਾ ਗਲੀ ਵਿੱਚ ਨਹੀਂ ਆਉਂਦੀ, ਬਸ ਸਮਝ ਲਓ ਤੁਹਾਡਾ ਕੰਮ ਹੋ ਗਿਆ। ਉਸ ਨੇ ਇੰਜ ਚੁਟਕੀ ਮਾਰੀ ਕਿ ਸਾਨੂੰ ਸਭ ਨੂੰ ਆਪਣੀਆਂ ਅੱਖਾਂ ਅੱਗੇ ਨਿਕਲੀ ਹੋਈ ਕੰਧ ਦਿਸਣ ਲੱਗ ਪਈ ਸੀ। ਇਹ ਤਾਂ ਲਿਖਵਾ ਦਿਆਂਗੇ ਜੀ, ਆਖਦੇ ਹੋਏ ਅਸੀਂ ਉਸ ਦਾ ਧੰਨਵਾਦ ਕੀਤਾ। ਕਾਕਾ ਤੂੰ ਮੇਰੇ ਕੋਲ ਇਕੱਲਾ ਹੀ ਆ ਜਾ ਕਰ, ਐਵੇਂ ਇੰਨੇ ਬੰਦਿਆਂ ਨੂੰ ਧੁੱਪ 'ਚ ਨਾ ਘੜੀਸੀ ਫਿਰੀ। ਉਸ ਨੇ ਮੈਨੂੰ ਬੜੇ ਹੀ ਪਿਆਰ ਨਾਲ ਆਖਿਆ ਤੇ ਮੈਂ ਹਾਂ ਵਿੱਚ ਸਿਰ ਮਾਰ ਦਿੱਤਾ। ਹੁਣ ਕਾਫੀ ਸਮਾਂ ਹੋ ਚੁੱਕਾ ਸੀ। ਮੇਰੇ ਨਾਲ ਆਏ ਸਵੇਰ ਦੇ ਬੰਦਿਆਂ ਨੇ ਆਪਣੇ ਘਰੀਂ ਵੀ ਜਾਣਾ ਸੀ, ਇਸ ਲਈ ਮੈਂ ਸਭ ਦਾ ਧੰਨਵਾਦ ਕੀਤਾ ਤੇ ਅਗਲੇ ਦਿਨ ਨਿਗਮ ਦੇ ਦਫ਼ਤਰ ਜਾ ਕੇ ਖੁਦ ਹੀ ਲਿਖਵਾ ਕੇ ਲੈ ਆਉਣ ਦਾ ਜ਼ਿੰਮਾ ਵੀ ਚੁੱਕ ਲਿਆ। ਸਾਰੇ ਖੁਸ਼ ਸਨ ਕਿ ਚਲੋ ਕੋਈ ਰਾਹ ਤਾਂ ਦਿਸਿਆ, ਨਹੀਂ ਤਾਂ ਹੇਠਲੇ ਅਫਸਰ ਐਵੇਂ ਭੁਕਾਈ ਹੀ ਮਰਵਾਈ ਜਾ ਰਹੇ ਸਨ। ਕਿਸ਼ਤ 32ਵੀਂ। ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਸੀ ਕਿ ਨਗਰ ਨਿਗਮ ਦਾ ਕਾਰਜ ਸਾਧਕ ਅਧਿਕਾਰੀ ਈਓ ਮੇਰੇ ਸਾਲੇ ਦਾ ਸਹਿਕਰਮੀ ਰਹਿ ਚੁੱਕਾ ਸੀ। ਇਸ ਲਈ ਮੈਂ ਆਪਣੇ ਉਸ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਉਹ ਈਓ ਨੂੰ ਕਹਿ ਦੇਵੇ ਤਾਂ ਜੋ ਸੰਬੰਧਿਤ ਲਿਖਤ ਲੈਣ ਲਈ ਮੈਨੂੰ ਜ਼ਿਆਦਾ ਭੱਜ ਦੌੜ ਨਾ ਕਰਨੀ ਪਵੇ। ਮੇਰੀ ਪੂਰੀ ਗੱਲ ਸੁਣਨ ਤੋਂ ਬਾਅਦ ਉਸ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਨਗਰ ਨਿਗਮ ਵਾਲੇ ਕਦੇ ਵੀ ਅਜਿਹਾ ਲਿਖ ਕੇ ਨਹੀਂ ਦਿੰਦੇ ਹੁੰਦੇ। ਉਸ ਦੀ ਇਸ ਗੱਲ ਨੇ ਮੇਰਾ ਦਿਲ ਤੋੜ ਦਿੱਤਾ ਸੀ। ਉਸ ਮੁਤਾਬਕ ਨਗਰ ਨਿਗਮ ਵਾਲੇ ਤਾਂ ਬਣੀਆਂ ਹੋਈਆਂ ਇਮਾਰਤਾਂ ਨੂੰ ਹੀ ਚੈੱਕ ਕਰਦੇ ਹਨ ਕਿ ਉਹ ਨਕਸ਼ੇ ਮੁਤਾਬਕ ਬਣੀਆਂ ਹਨ ਜਾਂ ਨਹੀਂ। ਉਹਨਾਂ ਕੋਲ ਕਿਸੇ ਦੀ ਮਾਲਕੀ ਨੂੰ ਦਰਸਾਉਣ ਵਾਲਾ ਕੁਝ ਵੀ ਲਿਖ ਕੇ ਦੇਣ ਦਾ ਅਧਿਕਾਰ ਨਹੀਂ ਹੁੰਦਾ ਹੈ। ਮੈਨੂੰ ਉਸ ਦੀਆਂ ਗੱਲਾਂ ਠੀਕ ਵੀ ਲੱਗੀਆਂ, ਕਿਉਂਕਿ ਆਪਣੇ ਦਫ਼ਤਰ ਦੇ ਸਾਰੇ ਅਦਾਲਤੀ ਕੇਸ ਉਹੀ ਕੋਰਟਾਂ ਵਿੱਚ ਲੈ ਕੇ ਜਾਂਦਾ ਹੁੰਦਾ ਸੀ। ਖੈਰ ਮੇਰੇ ਜ਼ਿਆਦਾ ਜ਼ੋਰ ਪਾਉਣ ਤੇ ਉਸ ਨੇ ਈਓ ਨੂੰ ਫੋਨ ਵੀ ਕਰ ਦਿੱਤਾ ਤੇ ਮੈਨੂੰ ਦੱਸ ਦਿੱਤਾ ਕਿ ਮੈਂ ਉਸ ਦਾ ਨਾਂ ਲੈ ਕੇ ਕਦੇ ਵੀ ਉਸ ਨੂੰ ਮਿਲ ਸਕਦਾ ਹਾਂ। ਅਗਲੀ ਸਵੇਰ ਮੈਂ ਸਿੱਧਾ ਨਗਰ ਨਿਗਮ ਦੇ ਦਫ਼ਤਰ ਜਾ ਪੁੱਜਿਆ ਤੇ ਈਓ ਨੂੰ ਜਾ ਮਿਲਿਆ। ਉੱਥੇ ਜਾ ਕੇ
ਮੈਨੂੰ ਪਤਾ ਲੱਗਾ ਕਿ ਦੂਜੀ ਧਿਰ ਨੇ ਪਹਿਲਾਂ ਹੀ ਮੇਰੇ ਖਿਲਾਫ ਸਰਕਾਰੀ ਗਲੀ ਰੋਕਣ ਦਾ ਸ਼ਿਕਾਇਤ ਪੱਤਰ ਦਿੱਤਾ ਹੋਇਆ ਹੈ। ਈਓ ਨੇ ਆਪਣੇ ਇੱਕ ਇੰਸਪੈਕਟਰ ਨੂੰ ਸੱਦਿਆ ਤੇ ਮੌਕਾ ਵੇਖ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਆਉਣ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਉਸਨੇ ਮੈਨੂੰ ਵੀ ਜਵਾਬ ਦੇ ਦਿੱਤਾ ਕਿ ਮੈਂ ਜ਼ਬਾਨੀ ਤੌਰ ਤੇ ਤਾਂ ਐਸਪੀ ਨੂੰ ਦੱਸ ਦੇਵਾਂਗਾ ਕਿ ਇਸ ਜਗ੍ਹਾ ਤੇ ਤੇਰੀ ਮਾਲਕੀ ਹੈ, ਪਰ ਮੈਂ ਲਿਖਤੀ ਰੂਪ ਵਿੱਚ ਕੁਝ ਨਹੀਂ ਦੇ ਸਕਦਾ। ਉਸ ਦੀ ਦਲੀਲ ਵਿੱਚ ਵਜਨ ਵੀ ਸੀ ਕਿ ਜੇਕਰ ਕਿਸੇ ਨੇ ਕੇਸ ਕਰ ਦਿੱਤਾ ਤਾਂ ਦਸਤਖਤ ਕਰਨ ਵਾਲੇ ਅਧਿਕਾਰੀ ਨੂੰ ਹੀ ਪੇਸ਼ੀਆਂ ਭੁਗਤਣੀਆਂ ਪੈਂਦੀਆਂ ਹਨ। ਨਗਰ ਨਿਗਮ ਦਾ ਇੰਸਪੈਕਟਰ ਉਸੇ ਸ਼ਾਮ ਨੂੰ ਹੀ ਆ ਗਿਆ। ਉਸ ਨੇ ਗਲੀ ਦੀ ਅਤੇ ਮੇਰੇ ਘਰ ਦੀ ਮਿਣਤੀ ਕੀਤੀ ਤੇ ਮੌਕੇ ਤੇ ਹੀ ਦੋਵਾਂ ਧਿਰਾਂ ਨੂੰ ਦੱਸ ਦਿੱਤਾ ਕਿ ਇਸ ਜਗ੍ਹਾ ਵਿੱਚ ਉਸਾਰੀ ਕਰਨ ਤੇ ਨਗਰ ਨਿਗਮ ਨੂੰ ਇਸ ਵਿੱਚ ਕੋਈ ਵੀ ਇਤਰਾਜ਼ ਨਹੀਂ ਹੈ। ਮੇਰੀ ਇੱਕ ਬੇਨਤੀ ਤੇ ਉਸ ਨੇ ਗੁਰਨੇਕ ਦੇ ਘਰ ਵੱਲ ਵੀ ਝਾਤ ਪਾਈ। ਉਸ ਦੀ ਪਾਰਖੂ ਨਜ਼ਰ ਉਦੋਂ ਹੀ ਸਮਝ ਗਈ ਤੇ ਉਹ ਝੱਟ ਦਿਨੇ ਬੋਲਿਆ, ਇਸ ਦਾ ਤਾਂ ਸ਼ਰੇਆਮ ਨਜਾਇਜ਼ ਕਬਜ਼ਾ ਕੀਤਾ ਹੋਇਆ, ਇਹ ਤਾਂ ਅੰਨੇ ਨੂੰ ਵੀ ਦਿਸੀ ਜਾਂਦਾ ਹੈ। ਕਿਸ਼ਤ 33ਵੀਂ। ਅਗਲੇ ਦਿਨ ਫਿਰ ਜਾ ਕੇ ਮੈਂ ਈਓ ਨੂੰ ਮਿਲਿਆ ਤੇ ਸਾਰੀ ਗੱਲ ਦੱਸ ਦਿੱਤੀ। ਮੈਂ ਉਸ ਨੂੰ ਇੱਕ ਬੇਨਤੀ ਵੀ ਕੀਤੀ ਕਿ ਤੁਸੀਂ ਆਪਣੇ ਨਗਰ ਨਿਗਮ ਦੇ ਕਾਗਜ਼ਾਂ ਮੁਤਾਬਕ ਗਲੀ ਦੀ ਚੌੜਾਈ ਹੀ ਲਿਖ ਕੇ ਦੇ ਦੇਵੋ। ਸ਼ਾਇਦ ਉਸ ਨੂੰ ਮੇਰੇ ਤੇ ਬਹੁਤਾ ਹੀ ਤਰਸ ਆ ਗਿਆ ਸੀ ਤੇ ਉਹ ਬੜੇ ਹੀ ਪਿਆਰ ਨਾਲ ਮੈਨੂੰ ਆਖਣ ਲੱਗਾ, ਵੇਖ ਪੁੱਤ, ਮੈਂ ਤੇਰੀ ਹਾਲਤ ਚੰਗੀ ਤਰ੍ਹਾਂ ਸਮਝਦਾ। ਜਿਸ ਤਰ੍ਹਾਂ ਤੂੰ ਰਾਜ ਦਾ ਰਿਸ਼ਤੇਦਾਰ ਹੈ, ਮੈਂ ਵੀ ਤੈਨੂੰ ਉਸੇ ਤਰ੍ਹਾਂ ਹੀ ਸਮਝਦਾ। ਗਲੀ ਵੀ ਮਾਲ ਵਿਭਾਗ ਦੇ ਰਿਕਾਰਡ ਵਿੱਚ ਹੀ ਦਰਜ ਹੁੰਦੀ ਹੈ। ਇਹ ਜਿਹੜਾ ਐਸਪੀ ਹੈ ਨਾ, ਇਹ ਬੜਾ ਹੀ ਲੀਚੜ ਤੇ ਕੁੱਤਾ ਬੰਦਾ ਹੈ। ਇਹ ਲਾ ਕਾਲਜ ਦੇ ਵਿੱਚ ਮੇਰਾ ਸੀਨੀਅਰ ਹੁੰਦਾ ਸੀ। ਇਹਨੂੰ ਪਤਾ ਹੈ ਕਿ ਨਗਰ ਨਿਗਮ ਵਾਲੇ ਅਜਿਹਾ ਕੁਝ ਨਹੀਂ ਲਿਖ ਕੇ ਦੇ ਸਕਦੇ ਹੁੰਦੇ, ਇਸੇ ਲਈ ਉਹਨੇ ਤੁਹਾਨੂੰ ਟਰਕਾਇਆ ਹੈ। ਤੂੰ ਤਾਂ ਆਪਣਾ ਹੈ, ਤਾਂ ਹੀ ਮੈਂ ਤੈਨੂੰ ਸਾਰੀ ਗੱਲ ਦੱਸ ਦਿੱਤੀ ਹੈ। ਪਰ ਇੱਥੇ ਪਤਾ ਨਹੀਂ ਕਿੰਨੇ ਕੁ ਪੁਲਿਸ ਵਾਲਿਆਂ ਦੇ ਡੰਗੇ ਹੋਏ ਆਈ ਭਟਕਦੇ ਤੁਰੇ ਫਿਰਦੇ ਆ। ਸਰ ਵੇਖ ਲਵੋ ਜੀ, ਮੇਰੇ ਗੁਆਂਢ 'ਚ ਤਾਂ ਪੁਲਿਸ ਵਾਲਿਆਂ ਨੇ ਨਜਾਇਜ਼ ਕਬਜ਼ਾ ਕਰਵਾਇਆ ਹੋਇਆ। ਉਸ ਨੂੰ ਤਾਂ ਕੋਈ ਕੁਝ ਨਹੀਂ ਆਖਦਾ, ਸਗੋਂ ਉਹ ਸਾਡੇ ਨਾਲ ਗੁੰਡਾਗਰਦੀ ਕਰੀ ਜਾਂਦੇ ਆ। ਮੇਰੀ ਆਵਾਜ਼ ਰੋਣ ਹੱਕਿਆਂ ਵਰਗੀ ਹੋ ਗਈ ਸੀ। ਪੁੱਤ ਤੂੰ ਘਰੇ ਚੱਲ, ਮੈਂ ਹੁਣੇ ਤੇਰੇ ਮਗਰ ਆਉਣਾ। ਵੇਖੀ ਤਾਂ ਸਹੀ ਉਹ ਕਿੰਨੀ ਕੁ ਜਗ੍ਹਾ ਦੱਬੀ ਬੈਠਾ ਹੈ, ਵੱਡਾ ਨਾਡੂ ਖਾਂ। ਈਓ ਪਹਿਲਾਂ ਪਿਆਰ ਤੇ ਫਿਰ ਮਗਰੋਂ ਤਲਖੀ ਨਾਲ ਬੋਲਿਆ। ਅੱਧੇ ਕੁ ਘੰਟੇ ਈਓ ਆਪਣੇ ਅਧੀਨ ਕਰਮਚਾਰੀਆਂ ਨੂੰ ਨਾਲ ਲੈ ਕੇ ਮੁਹੱਲੇ ਵਿੱਚ ਪਹੁੰਚ ਗਿਆ। ਗਰਮੀ ਕਾਫੀ ਜ਼ਿਆਦਾ ਹੋਣ ਕਾਰਨ ਗਲੀਆਂ ਸੁੰਨੀਆਂ ਪਈਆਂ ਸਨ। ਗੁਰਨੇਕ ਦਾ ਘਰ ਵੇਖਦੇ ਸਾਰ ਹੀ ਉਸ ਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ, ਬੱਲੇ ਬੱਲੇ ਬੱਲੇ, ਆਪ ਇੰਨਾ ਥਾਂ ਨੱਪੀ ਬੈਠਾ ਤੇ ਤੁਹਾਡੇ ਨਾਲ ਰੌਲਾ ਪਾ ਰੱਖਿਆ। ਇਹ ਤਾਂ ਉਹੀ ਗੱਲ ਹੈ, ਲੁੱਚੀ ਘੁੱਗੀ ਕਾਂ ਬਦਨਾਮ। ਉਸ ਨੇ ਆਪ ਗੁਰਨੇਕ ਦਾ ਦਰਵਾਜ਼ਾ ਖੜਕਾਇਆ, ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ। 3-4 ਮਿੰਟ ਜਦ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਮੇਰੇ ਕੋਲ ਆ ਗਿਆ ਤੇ ਮੈਨੂੰ ਬੁੱਕਲ ਵਿੱਚ ਲੈ ਕੇ ਹਮਦਰਦੀ ਨਾਲ ਬੋਲਿਆ, ਪੁੱਤ ਪੁਲਿਸ ਵਾਲਿਆਂ ਦੀ ਸਾਰੀ ਕਾਰਸ਼ਤਾਨੀ ਮੈਂ ਸਮਝ ਗਿਆ। ਉਹ ਤੈਨੂੰ ਖੱਜਲ ਕਰ ਰਹੇ ਨੇ। ਮੈਂ ਤੇਰਾ ਥਾਂ ਵਲਵਾ ਤਾਂ ਨਹੀਂ ਸਕਦਾ, ਪਰ ਆ ਜਿਹੜਾ ਨਜਾਇਜ਼ ਵਲੀ ਬੈਠਾ ਨਾ, ਇਹ ਢਵਾ ਜ਼ਰੂਰ ਦੇਵਾਂਗਾ। ਬਸ ਮੈਨੂੰ ਇੱਕ ਅਰਜ਼ੀ ਲਿਖ ਕੇ ਦੇ ਦੇ, ਫਿਰ ਮੈਂ ਵੇਖੂੰ ਕੀ ਕਰਨਾ ਇਹਦੇ ਨਾਲ। ਤੂੰ ਚੋਰ ਨੂੰ ਖਾਂਦੇ ਨੂੰ ਨਾ ਵੇਖ, ਇਹਦੇ ਪੈਂਦੀਆਂ ਵੇਖੀ। ਤੇ ਈਓ ਮੇਰੇ ਨਾਲ ਮੇਰੇ ਘਰ ਆ ਕੇ ਚਾਹ ਪੀ ਕੇ ਚਲਾ ਗਿਆ ਸੀ। ਕਿਸ਼ਤ 34ਵੀਂ। ਮੈਂ ਗੁਰਨੇਕ ਦੁਆਰਾ ਕੀਤੇ ਗਏ ਨਜਾਇਜ਼ ਕਬਜ਼ੇ ਦੀ ਲਿਖਤੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਦਿੱਤੀ। ਹੁਣ ਮੈਂ ਕੁਝ ਹੌਸਲੇ ਵਿੱਚ ਵੀ ਹੋ ਗਿਆ ਸਾਂ। ਅਸੀਂ ਸੋਚਿਆ ਕਿ ਐਸਪੀ ਨੂੰ ਮਿਲ ਕੇ ਵੀ ਜ਼ਰੂਰ ਦੱਸਣਾ ਚਾਹੀਦਾ ਹੈ। ਉਸ ਦਿਨ ਮੈਂ ਤੇ ਯਾਦਵਿੰਦਰ ਐਸਪੀ ਨੂੰ ਮਿਲਣ ਲਈ ਚਲੇ ਗਏ। ਪਤਾ ਕੀਤਾ ਤਾਂ ਸਾਹਿਬ ਬੈਠੇ ਹੋਏ ਸਨ।
ਅਸੀਂ ਪਰਚੀ ਭੇਜ ਦਿੱਤੀ। ਸਾਨੂੰ ਬੈਠਿਆਂ ਨੂੰ 2-2.5 ਘੰਟੇ ਦੇ ਕਰੀਬ ਹੋ ਚੁੱਕੇ ਸਨ। ਸਾਨੂੰ ਆਵਾਜ਼ ਨਹੀਂ ਸੀ ਵੱਜ ਰਹੀ। ਜਦ ਬਾਹਰ ਖੜੇ ਸੰਤਰੀ ਨੂੰ ਪੁੱਛਦੇ ਤਾਂ ਉਹ ਆਖ ਦਿੰਦਾ, ਭਰਾਵਾ ਅਸੀਂ ਤਾਂ ਹੁਕਮ ਦੇ ਭੱਬੂ ਹਾਂ, ਜਦ ਸਾਹਿਬ ਹੁਕਮ ਕਰਨਗੇ ਤੁਹਾਨੂੰ ਅੰਦਰ ਭੇਜ ਦੇਵਾਂਗੇ। ਅੰਤ ਅੱਕ ਕੇ ਅਸੀਂ ਸਾਹਿਬ ਦੇ ਦਫ਼ਤਰ ਦੇ ਨਾਲ ਵਾਲੇ ਕਮਰੇ ਵਿੱਚ ਚਲੇ ਗਏ। ਉੱਥੇ ਬੜੀ ਸੋਹਣੀ ਪੱਗ ਬੰਨੀ ਇੱਕ ਕਰਮਚਾਰੀ ਬੈਠਾ ਫਾਈਲ ਵਿੱਚੋਂ ਕੁਝ ਪੜ੍ਹ ਰਿਹਾ ਸੀ। ਅਸੀਂ ਸੋਚਿਆ ਕਿ ਇਸ ਦੀ ਮਿੰਨਤ ਤਰਲਾ ਕਰਕੇ ਹੀ ਵੇਖ ਲੈਂਦੇ ਹਾਂ, ਸ਼ਾਇਦ ਸਾਨੂੰ ਛੇਤੀ ਮਿਲਵਾ ਦੇਵੇ। ਜਦ ਉਸ ਨਾਲ ਗੱਲ ਕੀਤੀ ਤਾਂ ਉਸਨੇ ਸ਼ਰਾਰਤੀ ਜਿਹੇ ਲਹਿਜੇ ਨਾਲ ਸਾਡੇ ਨਾਲ ਹੋਈ ਬੀਤੀ ਸਾਰੀ ਕਹਾਣੀ ਸਾਨੂੰ ਸੁਣਾ ਮਾਰੀ। ਅਸੀਂ ਦੋਵੇਂ ਭਰਾ ਹੈਰਾਨ ਰਹਿ ਗਏ ਸਾਂ ਕਿ ਇਸ ਨੂੰ ਸਾਡੀ ਸਾਰੀ ਕਹਾਣੀ ਕਿਵੇਂ ਪਤਾ ਹੈ। ਪੁੱਛਣ ਤੇ ਆਖਣ ਲੱਗਾ, ਓਏ ਭੋਲਿਓ, ਤੁਸੀਂ ਕਿਹੜੀ ਦੁਨੀਆ ਵਿੱਚ ਤੁਰੇ ਫਿਰਦੇ ਹੋਏ? ਤੁਹਾਡੇ ਭਾਅ ਦਾ ਕਿ ਤੁਸੀਂ ਸਾਹਿਬ ਨੂੰ ਮਿਲ ਕੇ ਪੁਲਿਸ ਵਾਲਿਆਂ ਤੇ ਕੇਸ ਦਰਜ ਕਰਵਾ ਲਿਓਗੇ? ਯਾਦ ਰੱਖਿਓ, ਇਹ ਕਦੇ ਨਹੀਂ ਹੋ ਸਕਣਾ। ਕਿਉਂ? ਸਾਡੇ ਦੋਵਾਂ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ। ਹੈ ਤਾਂ ਮੈਂ ਵੀ ਇਸ ਮਹਿਕਮੇ ਦਾ ਮੁਲਾਜ਼ਮ, ਪਰ ਮੇਰੀ ਵੱਡੀ ਰੂਹ ਨਹੀਂ ਕਰਦੀ ਦਫ਼ਤਰ ਆਉਣ ਨੂੰ। ਇੰਨਾ ਗੰਦ ਤੇ ਭ੍ਰਿਸ਼ਟਾਚਾਰ ਆ ਨਾ ਇੱਥੇ, ਪੁੱਛੋ ਹੀ ਨਾ। ਹਰ ਉੱਪਰ ਵਾਲਾ ਅਧਿਕਾਰੀ ਹੇਠਲੇ ਦੇ ਹੱਥਾਂ ਵੱਲ ਵੇਖੀ ਜਾਂਦਾ ਹੈ ਕਿ ਸ਼ਾਮ ਨੂੰ ਮੈਨੂੰ ਕਿੰਨਾ ਕੁਝ ਕਮਾ ਕੇ ਫੜਾਊਗਾ। ਉਸ ਨੇ ਸੁਭਾਵਕ ਹੀ ਆਖਿਆ, ਪਰ ਸਾਡੇ ਕੰਨ ਖੜੇ ਹੋ ਗਏ ਕਿ ਇੱਕ ਹੋਰ ਦਲਾਲ ਦੀਆਂ ਗੱਲਾਂ ਸੁਣ ਲਈਆਂ ਜਾਣ। ਇਸ ਤਰ੍ਹਾਂ ਦਾ ਇੱਕ ਦਲਾਲ ਸਾਨੂੰ ਪਹਿਲਾਂ ਵੀ ਡੀਐਸਪੀ ਦੇ ਦਫ਼ਤਰ ਵਿੱਚ ਮਿਲ ਚੁੱਕਿਆ ਸੀ। ਸਰ, ਅੱਕੇ ਤਾਂ ਅਸੀਂ ਵੀ ਪਏ ਹਾਂ ਜੀ, ਪਰ ਹੁਣ ਸਾਨੂੰ ਸਹੀ ਰਾਹ ਤਾਂ ਦੱਸ ਦਿਓ। ਸਾਨੂੰ ਦੱਸੋ ਤਾਂ ਸਹੀ, ਅਸੀਂ ਕਿਹਦੇ ਪੈਰ ਫੜੀਏ? ਮੈਂ ਮੱਧਮ ਜਿਹੀ ਆਵਾਜ਼ ਨਾਲ ਉਸ ਨੂੰ ਪੁੱਛਿਆ। ਜਿਹਦੇ ਮਰਜ਼ੀ ਫੜ ਲਓ, ਪਰ ਮੈਂ ਉਹ ਜਿਹਾ ਨਹੀਂ ਜਿਹੜਾ ਤੁਸੀਂ ਮੈਨੂੰ ਸਮਝੀ ਜਾਂਦੇ ਹੋ। ਮੈਂ ਤੁਹਾਡੇ ਮਸਲੇ ਦਾ ਹੱਲ ਕਰਾਉਣ ਵਾਲਾ ਵਿਚੋਲਾ ਨਹੀਂ ਹਾਂ। ਉਸ ਨੇ ਸਾਡੀ ਮਾਨਸਿਕਤਾ ਨੂੰ ਸਮਝਦੇ ਹੋਏ ਸਪਸ਼ਟ ਕਹਿ ਦਿੱਤਾ। ਨਹੀਂ ਸਰ, ਅਸੀਂ ਤੁਹਾਨੂੰ ਉਹ ਜਿਹਾ ਨਹੀਂ ਸਮਝ ਰਹੇ, ਪਰ ਇੱਕ ਗਲਤ ਹਵਾਲਦਾਰ ਦੇ ਵਿਰੁੱਧ ਪੁਲਿਸ ਦੇ ਵੱਡੇ ਅਧਿਕਾਰੀ ਵੀ ਕੁਝ ਕਰਨ ਨੂੰ ਤਿਆਰ ਨਹੀਂ ਤਾਂ ਅਸੀਂ ਜਾਈਏ ਤਾਂ ਜਾਈਏ ਕਿੱਥੇ? ਯਾਦਵਿੰਦਰ ਨੇ ਗੱਲ ਨੂੰ ਸਾਂਭਦਿਆਂ ਆਖਿਆ। ਕਿਸ਼ਤ 35ਵੀਂ। ਉਸ ਕਰਮਚਾਰੀ ਦੀਆਂ ਗੱਲਾਂ ਨਾਲ ਸਾਡੇ ਤਾਂ ਜਿਵੇਂ ਕਪਾਟ ਖੁੱਲ੍ਹ ਗਏ ਸਨ ਅਤੇ ਸੱਚਾਈ ਸੁਣ ਕੇ ਮੇਰੇ ਦਿਲ ਨੂੰ ਡੋਬੂ ਪੈ ਰਹੇ ਸਨ। ਉਹ ਬੋਲਦਾ ਹੀ ਗਿਆ, ਤੁਸੀਂ ਸੋਚਦੇ ਹੋਵੋਗੇ ਕਿ ਡੀਐਸਪੀ ਡਰ ਗਿਆ ਹੋਣਾ ਯੂਨੀਅਨਾਂ ਤੋਂ। ਉਹਨੇ ਤਾਂ ਨਾਟਕ ਕੀਤਾ ਸੀ ਤੁਹਾਨੂੰ ਐਸਐਸਪੀ ਸਾਹਿਬ ਕੋਲ ਭੇਜ ਕੇ। ਉਸਨੇ ਨਾਲ ਹੀ ਛੋਟੇ ਸਾਹਿਬ ਨੂੰ ਫੋਨ ਵੀ ਕਰ ਦਿੱਤਾ ਸੀ ਕਿ ਸਾਂਭ ਲਿਓ। ਤਾਂ ਹੀ ਉਸ ਦਿਨ ਉਹਦਾ ਫੋਨ ਨਹੀਂ ਸੀ ਮਿਲ ਰਿਹਾ ਤੇ ਛੋਟਾ ਸਾਹਿਬ ਵੀ ਬਹਾਨੇ ਨਾਲ ਵੱਡੇ ਸਾਹਿਬ ਦੇ ਕਮਰੇ 'ਚ ਪੁੱਜ ਗਿਆ ਸੀ। ਪਹਿਲਾਂ ਤੁਸੀਂ ਡੀਐਸਪੀ ਦਫ਼ਤਰ ਦੇ ਗੇੜੇ ਕੱਢਦੇ ਰਹੇ ਤੇ ਹੁਣ ਸਾਡੇ ਦਫ਼ਤਰ ਦੇ ਕੱਢਣ ਲੱਗ ਗਏ ਹੋ। ਹਫ਼ਤੇ 10 ਦਿਨਾਂ ਨੂੰ ਹਟ ਜਾਓਗੇ ਤੇ ਕਹਾਣੀ ਖਤਮ। ਉਸ ਨੇ ਮੇਜ਼ ਉੱਤੇ ਇਸ ਤਰ੍ਹਾਂ ਹੱਥ ਫੇਰਿਆ ਕਿ ਮੈਨੂੰ ਲੱਗਣ ਲੱਗ ਪਿਆ ਕਿ ਸੱਚੀ ਹੀ ਕਹਾਣੀ ਖਤਮ ਹੋ ਗਈ ਹੈ। ਮੈਂ ਨਿਰਾਸ਼ ਹੁੰਦੇ ਹੋਏ ਨੇ ਪੁੱਛਿਆ, ਐਂ ਤਾਂ ਕਿਸੇ ਨੂੰ ਇਨਸਾਫ ਹੀ ਨਹੀਂ ਮਿਲਦਾ ਹੋਣਾ। ਇੱਥੇ ਕੋਈ ਇਮਾਨਦਾਰ ਬੰਦਾ ਨਹੀਂ ਹੈ? ਉਹ ਇੰਨਾ ਜ਼ਿਆਦਾ ਹੱਸਿਆ ਤੇ ਬੋਲਿਆ, ਇਮਾਨਦਾਰ ਬੰਦਾ? ਇਮਾਨਦਾਰ ਬੰਦਾ ਤਾਂ ਇਸ ਮਹਿਕਮੇ ਵਿੱਚ ਫਿੱਟ ਹੀ ਨਹੀਂ ਬੈਠਦਾ। ਇੱਥੇ ਤਾਂ ਥਾਣਿਆਂ ਦੀ ਬੋਲੀ ਲੱਗਦੀ ਆ। ਆਹ ਚੌਂਕ ਵਾਲਾ ਥਾਣਾ ਲੈਣ ਲਈ ਇੰਸਪੈਕਟਰ ਮਹੀਨੇ ਦਾ 15 ਲੱਖ ਉੱਕਾ ਪੁੱਕਾ ਭਰਦਾ ਤੇ ਬਾਕੀ ਉਹਦੇ ਆਪਦੇ। ਜਿਸ ਦਿਨ ਉਹ ਰਾਜਨੀਤਿਕ ਬੰਦਿਆਂ ਦੀ ਮੰਨਣੋਂ ਹਟ ਗਿਆ ਜਾਂ ਫਿਰ ਕਿਸੇ ਨੇ ਵੱਧ ਬੋਲੀ ਲਾ ਦਿੱਤੀ ਤਾਂ ਉਹਨੂੰ ਵੀ ਖੁੱਡੇ ਲਾਈਨ ਲਾ ਦੇਣਗੇ। ਇਹ ਸਾਰਾ ਹਿੱਸਾ ਆ ਵੱਡੇ ਮਗਰਮੱਛਾਂ ਦੇ ਹੱਥਾਂ ਵਿੱਚ ਦੀ ਹੁੰਦਾ ਹੋਇਆ ਨੇਤਾਵਾਂ ਤੇ ਮੰਤਰੀਆਂ ਤੱਕ ਚਲਾ ਜਾਂਦਾ। ਹੁਣ ਤੁਸੀਂ ਦੱਸੋ ਬਈ, ਕਿਹੜਾ ਆਪਣੇ ਕਮਾਊ ਪੁੱਤ ਤੇ ਕਾਰਵਾਈ ਕਰੇਗਾ? ਤੁਹਾਡੇ ਤੋਂ ਕਿਸੇ ਨੇ ਕੀ ਕੜੀ ਲੈਣੀ ਹੈ? ਯਾਦਵਿੰਦਰ ਨੇ ਉਸ ਨੂੰ ਅਪਣੱਤ ਨਾਲ ਪੁੱਛਿਆ, ਵੀਰ ਜੀ, ਤੁਸੀਂ ਇੰਨੀਆਂ ਬੇਬਾਕ ਗੱਲਾਂ ਸਾਨੂੰ ਦੱਸੀ ਜਾਂਦੇ ਹੋ, ਤੁਹਾਨੂੰ ਡਰ ਨਹੀਂ ਲੱਗਦਾ ਕਿ ਭਾਵੇਂ ਸਾਡੇ ਵਰਗਾ ਬੰਦਾ ਜਾ ਕੇ ਚੁਗਲੀ ਕਰ ਦੇਵੇ? ਉਹ
ਫਿਰ ਸਾਡੇ ਚਿਹਰੇ ਵੱਲ ਸਿੱਧਾ ਝਾਕਦਾ ਹੋਇਆ ਆਖਣ ਲੱਗਾ, ਜਦੋਂ ਕੋਈ ਘਟਨਾ ਘਟਦੀ ਆ ਨਾ ਤਾਂ ਮਿੰਟਾਂ ਸਕਿੰਟਾਂ 'ਚ ਹੀ ਸੰਬੰਧਿਤ ਬੰਦਿਆਂ ਦੀ ਸਾਰੀ CID ਸਾਡੇ ਕੋਲ ਪੁੱਜ ਜਾਂਦੀ ਹੈ ਤੇ ਜੇ ਉਹ ਘਟਨਾ ਕਿਸੇ ਪੁਲਿਸ ਵਾਲੇ ਨਾਲ ਸੰਬੰਧਿਤ ਹੋਵੇ ਤਾਂ ਇਹ ਕੰਮ ਉਸ ਤੋਂ ਵੀ ਛੇਤੀ ਹੋ ਜਾਂਦਾ ਹੈ। ਅੱਜ ਪਨਾਮ ਨੂੰ ਸਾਰੇ ਛੇੜਦੇ ਆ ਕਿ ਇਹਦੇ ਮਗਰ ਕਾਮਰੇਡ ਪੈ ਗਏ। ਹੁਣ ਤੁਸੀਂ ਦੱਸੋ, ਜਿਹੜੇ ਬੰਦਿਆਂ ਨੂੰ ਸਾਡਾ ਮਹਿਕਮਾ ਪਿਛਲੇ 15-20 ਦਿਨ ਤੋਂ ਰੱਜ ਕੇ ਖਰਾਬ ਕਰੀ ਜਾ ਰਿਹਾ ਹੋਵੇ, ਉਹ ਕਿਸੇ ਕੋਲ ਮੇਰੀ ਇਸ ਗੱਲ ਦੀ ਚੁਗਲੀ ਕਰ ਦੇਵੇਗਾ ਭਲਾ? ਨਹੀਂ ਜੀ, ਕਦੇ ਵੀ ਨਹੀਂ। ਸਗੋਂ ਕਦਰ ਕਰੇਗਾ, ਜਿਵੇਂ ਜਪਨਾਮ ਵਰਗੇ ਤੁਹਾਡੇ ਸਾਹਿਬ ਦੀ ਕਰਦੇ ਆ। ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾਈ ਸੀ।